ਸੀਐਮ ਸਿਰਫ ਇਹ ਕਹਿੰਦਾ ਸੀ ਵੀ ਇਸ ਬੰਦੇ ਨੂੰ ਇੰਨੇ ਪੈਸੇ ਦੇ ਦਿਓ, ਇਸ ਬੰਦੇ ਨੂੰ ਇੰਨੇ ਪੈਸੇ ਦੇ ਦਿਓ, ਔਰ ਉਹ ਸਾਡੀ ਡਿਊਟੀ ਬਣਦੀ ਸੀ ਵੀ ਅਸੀਂ ਦੇ ਦਈਏ। ਕਿਤੇ ਨਾ ਕਿਤੇ ਤੁਸੀਂ ਗੱਲ ਕਰ ਰਹੇ ਹੋ ਬਾਕੀ ਪਾਰਟੀਆਂ ਜਿਹੜੀਆਂ ਇਸ ਮੁੱਦੇ ਨੂੰ ਚੁੱਕਣ ਵੀ ਇਹ ਸਰਕਾਰੀ ਫੰਡ ਦਾ ਮਿਸਯੂਜ਼ ਹੋ ਰਿਹਾ, ਜਨਤਾ ਦੇ ਪੈਸੇ ਦਾ, ਕਿਤੇ ਨਾ ਕਿਤੇ ਸਵਾਲ ਜਦੋਂ ਤੁਸੀਂ ਇਹ ਖੁਲਾਸੇ ਕਰ ਰਹੇ ਹੋ ਤੁਹਾਡੇ ਤੇ ਵੀ ਉੱਠਣਗੇ ਕਿ ਤੁਹਾਨੂੰ ਸ਼ਾਇਦ ਕਿਸੇ ਪਾਰਟੀ ਨੇ ਤਾਂ ਨਹੀਂ ਅੱਗੇ ਹੋ ਗਏ ਇਹੋ ਜਿਹੇ ਖੁਲਾਸੇ ਕਰਨ ਨੂੰ ਕਿਹਾ। ਤਾਂ ਮੈਨੂੰ ਵੀ ਕਈ ਵਾਰੀ ਡਰਾਉਣ ਲਈ ਕਦੀ ਕੁਛ ਕੀਤਾ ਜਾਂਦਾ ਸੀ, ਕਦੀ ਕੁਛ ਕੀਤਾ ਜਾਂਦਾ ਸੀ। ਇੱਦਾਂ ਹੀ ਮੇਰੇ ਤੇ ਇੱਕ ਕੇਸ ਵੀ ਪਾ ਦਿੱਤਾ ਗਿਆ ਸੀ। 2017 'ਚ ਉਹ ਸੀਐਮ ਬਣ ਗਏ ਹੈ, ਤਾਂ ਹੁਣ ਰਾਣੀ ਕਿਹਨੂੰ ਕਵੇ ਵੀ ਅੱਗਾ ਢੱਕ ਹੈ, ਤਾਂ ਮੈਂ ਕੈਪਟਨ ਸਾਹਿਬ ਦੀ ਸ਼ਿਕਾਇਤ ਕੈਪਟਨ ਸਾਹਿਬ ਨੂੰ ਹੀ ਕਿੱਦਾਂ ਕਰਦਾ। ਕੌਣ ਆਖੇ ਫਰੀਦਾ ਇੰਜ ਨਹੀਂ ਇੰਜ ਕਰ, ਇੰਜ ਨਹੀਂ ਇੰਜ ਕਰ। ਪਰ ਮੈਂ ਇਕੱਲਾ ਇਹੀ ਨਹੀਂ ਚਾਹੁੰਦਾ ਵੀ ਇਹ ਤੇ ਕੈਪਟਨ ਸਾਹਿਬ ਨੂੰ ਅੰਦਰ ਹੀ ਕਰੋ ਤੁਸੀਂ। ਮੈਂ ਤਾਂ ਕਹਿੰਦਾ ਤੁਸੀਂ ਨਾ ਕਰੋ ਕੈਪਟਨ ਸਾਹਿਬ ਨੂੰ ਅੰਦਰ, ਬਾਕੀ ਦੀਆਂ ਪਾਰਟੀਆਂ ਅਨਾਊਂਸ ਕਰਨ ਵੀ ਠੀਕ ਹੈ ਜੀ ਅਸੀਂ ਜੇ ਪਾਵਰ 'ਚ ਆਵਾਂਗੇ ਤਾਂ ਅਸੀਂ ਸੀਐਮ ਦਾ ਸੀਕ੍ਰੇਟ ਸਰਵਿਸ ਫੰਡ ਬੰਦ ਕਰਾਂਗੇ। ਇਹਦੀ ਕੀ ਲੋੜ ਹੈ? ਜਿਹੜਾ ਬੰਦਾ ਕਹਿ ਰਿਹਾ ਵੀ ਮੇਰੀ ਪਾਰਟੀ ਬਹੁਤ ਇਮਾਨਦਾਰ ਹੈ ਉਹ ਕਰੇ ਡਿਕਲੇਅਰ ਵੀ ਮੈਂ ਇੱਦਾਂ ਦੇ ਫੰਡ ਬੰਦ ਕਰੂੰਗਾ। 40 ਲੱਖ ਰੁਪਏ ਕਹਿੰਦੇ ਉਹਨੂੰ ਰਵਿੰਦਰ ਸਿੰਘ ਨੂੰ ਜਾ ਰਿਹਾ, ਦੁਮਣਾ ਨੂੰ ਐਸਜੀਪੀਸੀ ਇਲੈਕਸ਼ਨਾਂ ਲਈ ਜਾਂ ਹੋਰ ਟਿਕਟਾਂ ਲਈ ਜਾ ਰਿਹਾ, ਸ਼ਾਪਿੰਗਸ ਲਈ ਜਾ ਰਿਹਾ, BIS ਚਹਿਲ ਨੂੰ ਲੱਖਾਂ ਰੁਪਇਆ ਗਿਆ ਹੋਇਆ। ਮਤਲਬ ਬਿਲਕੁਲ ਹੀ ਕਹਿ ਲਓ ਪੂਰੀ ਤਰ੍ਹਾਂ ਸਿੱਧੇ ਤੌਰ ਤੇ ਮਿਸਯੂਜ਼ ਹੀ ਸੀਗਾ ਸਾਰਾ। ਸੋ ਮੇਰੀ ਹੈਂਡ ਰਾਈਟਿੰਗ 'ਚ ਕੋਈ ਕੈਸ਼ ਬੁੱਕ 15 ਸਾਲ ਪੁਰਾਣੀ ਲਿਖੀ ਹੋ ਆ, ਜਦੋਂ ਸਾਇੰਟੀਫਿਕਲੀ ਪ੍ਰੂਵ ਹੋ ਜਾਊਗੀ ਤਾਂ ਉਹਨੂੰ ਐਜ਼ ਐਵੀਡੈਂਸ ਮੰਨਿਆ ਜਾਊਗਾ। ਫਿਰ ਉਹਦੀਆਂ ਐਂਟਰੀਆਂ ਮੈਚ ਹੋਊਗੀਆਂ। ਜਦੋਂ ਮੈਂ ਲਿਖਿਆ ਹੋਊਗਾ ਕਿ ਇੰਨੀ ਤਰੀਕ ਨੂੰ ਇੰਨੇ ਪੈਸੇ ਵਿਡਰਾ ਕਰ ਲਏ, ਉਹ ਖਜ਼ਾਨੇ ਦੇ ਰਿਕਾਰਡ ਨਾਲ ਮੈਚ ਕੀਤੇ ਜਾਊਗੇ। ਬਟ ਘੱਟੋ ਘੱਟ ਮੈਂ ਰੌਲਾ ਇੰਨਾ ਪਾਊਂਗਾ, ਮਜਬੂਰੀ ਬਣ ਜਾਊਗੀ ਆਉਣ ਵਾਲੀਆਂ ਸਰਕਾਰਾਂ ਦੀ ਕਿ ਇਹ ਫੰਡ ਬੰਦ ਕਰਨਾ ਪਊ। ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ BIS ਚਾਹਲ, ਭਰਤਿੰਦਰ ਸਿੰਘ ਚਾਹਲ ਜਿਹੜੇ ਨੇ ਉਹਨਾਂ ਦੇ ਨਾਂ ਤੇ 2 ਲੱਖ ਰੁਪਏ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਫੋਰ ਭੱਠਲ ਕੇਸ। ਤੇ ਕਦੀ ਕੈਪਟਨ ਸਾਹਿਬ ਨੇ ਕਿਹਾ ਨਹੀਂ ਵੀ ਚੁੱਪ ਕਰ ਜਾਓ। ਤੇ ਉਹਨਾਂ ਦੀ ਜਿਹੜੀ ਟੀਮ ਆ ਉਹਦੀ ਇੱਕੋ ਹੀ ਖਾਸੀਅਤ ਆ, ਉਹ ਝੂਠੇ ਪਰਚੇ ਪਾਉਂਦੀ ਹੁੰਦੀ ਆ। ਉਹਨਾਂ ਨੇ ਮਿਸਿਸ ਭੱਠਲ ਤੇ ਵੀ ਝੂਠਾ ਹੀ ਪਾਇਆ ਸੀ, ਉਹਨਾਂ ਨੇ ਮੇਰੇ ਤੇ ਵੀ ਝੂਠਾ ਪਵਾ ਦਿੱਤਾ। ਸਤਿ ਸ਼੍ਰੀ ਅਕਾਲ। ਖਾਸ ਗੱਲ ਬਲਜੀਤ ਮਰਵਾਹਾ ਦੇ ਨਾਲ ਸ਼ੋਅ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਿਆਸੀ ਸਮੀਕਰਨ ਪੰਜਾਬ ਦੇ ਵਿੱਚ ਕਦੋਂ ਬਦਲ ਜਾਣ ਕੁਝ ਕਿਹਾ ਨਹੀਂ ਜਾ ਸਕਦਾ ਤੇ ਲੀਡਰਾਂ ਤੇ ਦੋਸ਼ ਲੱਗਦੇ ਰਹਿੰਦੇ ਨੇ। ਪਰ ਦੋਸ਼ ਜਦੋਂ ਇੱਕ ਜ਼ਿੰਮੇਵਾਰ ਵਿਅਕਤੀ ਲਾਵੇ ਤਾਂ ਉਹਨਾਂ ਤੇ ਯਕੀਨ ਕਰਨਾ ਸੁਭਾਵਿਕ ਜਿਹਾ ਹੋ ਜਾਂਦਾ ਹੈ। ਹਾਲਾਂਕਿ ਜਿਹੜੇ ਦੋਸ਼ ਲੱਗੇ ਉਹ ਲੱਗੇ ਹਾਲ ਹੀ ਵਿੱਚ ਸਾਬਕਾ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਉਣ ਦਾ ਜੇ ਵਕਫਾ ਦੇਖੀਏ, ਅਰਸਾ ਦੇਖੀਏ ਤਾਂ ਉਹ ਵੀ ਬਹੁਤ ਲੰਬਾ ਹੈਗਾ। ਪਰ ਉਹਨਾਂ ਤੇ ਯਕੀਨ ਕਰਨਾ ਇਸ ਲਈ ਸੁਭਾਵਿਕ ਹੈ, ਉਹ ਸੱਚੇ ਕਿਉਂ ਲੱਗਦੇ ਨੇ ਕਿ ਦੋਸ਼ ਲਾਉਣ ਵਾਲਾ ਉਹਨਾਂ ਦੇ ਨਾਲ ਹੀ ਤੈਨਾਤ ਰਿਹਾ ਇੱਕ ਸਿਵਲ ਸਰਵਿਸ ਅਧਿਕਾਰੀ ਹੈ। ਮੈਂ ਗੱਲ ਕਰ ਰਿਹਾ ਰਾਕੇਸ਼ ਅਹੀਰ ਉਹਨਾਂ ਦੀ। CMO ਚੀਫ ਮਿਨਿਸਟਰ ਆਫਿਸ ਦੇ ਵਿੱਚ ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਇੱਕ ਜਿਹੜੀ ਟਰਮ ਸੀ 5 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ ਨੇ। ਤੇ ਦੋਸ਼ ਨੇ ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਗਈ ਮੁੱਖ ਮੰਤਰੀ ਦੇ ਨਾਂ ਤੇ ਬਣੇ ਹੋਏ ਸੀਕ੍ਰੇਟ ਫੰਡਸ ਨੂੰ ਲੈ ਕੇ। ਪਰ ਜਦੋਂ ਅਹੀਰ ਉਹਨਾਂ ਕੋਲ ਇਹ ਬਿੱਲ ਜਾਂਦੇ ਸੀ, ਪੈਸੇ ਜਾਂਦੇ ਸੀ ਵੀ ਇਹਨਾਂ ਨੂੰ ਕਲੀਅਰ ਕਰੋ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਖੜਾ ਹੁੰਦਾ ਸੀ ਕਿ ਯਾਰ ਜਨਤਾ ਦੇ ਪੈਸੇ ਦੀ ਇੰਨੀ ਬਰਬਾਦੀ, ਪੈਸਾ ਕਿੱਥੇ ਖਰਚ ਹੋਇਆ? ਪੈਸਾ ਖਰਚ ਹੋਇਆ ਉਹਨਾਂ ਦੇ ਗਨਮੈਨਾਂ ਨੂੰ ਸਫਾਰੀ ਸੂਟ ਲੈ ਕੇ ਦੇਣ ਦੇ ਵਿੱਚ, ਕੋਈ ਪਾਰਟੀ ਦਾ ਲੀਡਰ ਆ ਗਿਆ ਉਹਨੂੰ VIP ਟਰੀਟਮੈਂਟ ਦਿਵਾਉਣ ਦੇ ਵਿੱਚ, ਕਿਸੇ ਪਾਰਟੀ ਦੇ ਲੀਡਰ ਦੇ ਕੇਸ ਚੱਲ ਰਹੇ ਨੇ ਉਹਨਾਂ ਦੀਆਂ ਫੀਸਾਂ ਦੇ ਵਿੱਚ। ਸੋ 1 ਸਾਲ ਦੀ ਗੱਲ ਕਰਦਾ, ਸਿਰਫ ਸਾਲ 2002 ਵਿੱਚ ਇਹ ਰਕਮ 2 ਕਰੋੜ ਦੇ ਕਰੀਬ ਸੀ। ਹੋ ਸਕਦਾ ਇਸ ਤੋਂ ਵੱਧ ਵੀ ਹੋਵੇ। ਹੁਣ ਜਾ ਕੇ, ਹਾਲਾਂਕਿ ਅਰਸਾ ਬੜਾ ਲੰਬਾ ਹੋ ਚੁੱਕਾ ਹੈ, ਰਾਕੇਸ਼ ਆਹੀਰ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ। ਸੋ ਇਸ ਦੀ ਹੋਰ ਵਿਸਤ੍ਰਿਤ ਆਪਾਂ ਗੱਲਬਾਤ ਕਰਦੇ ਹਾਂ, ਕੁਝ ਸਵਾਲ ਜਵਾਬ ਅਹੀਰ ਉਹਨਾਂ ਨਾਲ। ਅਹੀਰ ਸਾਹਿਬ, ਸਕਰੋਲ ਪੰਜਾਬ TV ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸੋ ਐਡੇ ਵੱਡੇ ਤੁਸੀਂ ਅਹੁਦਿਆਂ ਤੇ ਰਹੇ ਤੇ ਲਾਸਟ ਟਾਈਮ ਜਦੋਂ ਤੁਸੀਂ ਆਪਣੀ ਸੇਵਾਵਾਂ ਤੁਹਾਡੀਆਂ ਸਮਾਪਤੀ ਵੀ ਹੋਈਆਂ ਸੀ, VRS ਤੁਸੀਂ ਲੈ ਗਏ ਸੀਗੇ, ਉਸ ਟਾਈਮ ਜਿਹੜੇ ਤੁਸੀਂ ਇਹ CMO ਆਫਿਸ 'ਚ ਦੇਖਿਆ ਸੀਕ੍ਰੇਟ ਫੰਡ ਦੇ ਨਾਂ ਤੇ, ਮੈਂ ਧਾਂਦਲੇਬਾਜ਼ੀ ਕਹਾਂਗਾ, ਸ਼ਾਇਦ ਸਰਕਾਰ ਵੱਲੋਂ ਹੋ ਰਹੀ ਸੀਗੀ। ਤੇ ਪਹਿਲਾ ਸਵਾਲ ਅਹੀਰ ਸਾਹਿਬ ਤੁਹਾਨੂੰ ਇਹ ਕਿ ਤੁਸੀਂ ਇੰਨੇ ਲੰਮੇ ਸਮੇਂ ਬਾਅਦ ਆ ਕੇ ਖੁਲਾਸਾ ਕੀਤਾ। ਕੁਛ ਹਾਲਾਤ ਹੀ ਐਸੇ ਸੀ। ਪਹਿਲੀ ਤਾਂ ਗੱਲ ਇਹ ਆ ਕਿ ਸਾਡੇ ਮੁਲਕ ਦੇ ਜੋ ਕਾਨੂੰਨ ਆ ਨਾ, ਉਹਦੇ ਵਿੱਚ ਇਹ ਸਾਫ਼ ਗੱਲ ਆ ਵੀ ਜੇ ਕੋਈ ਬੰਦਾ ਆਪ ਦੋਸ਼ੀ ਹੋਵੇ, ਜਿਹਦੇ ਉੱਪਰ ਕੋਈ ਅਦਾਲਤੀ ਕਾਰਵਾਈ ਚੱਲਦੀ ਹੋਵੇ,
ਤਾਂ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ। ਸੋ ਸਰਵਿਸ ਦੌਰਾਨ ਮੇਰੇ ਤੇ, ਕਿਉਂਕਿ ਮੈਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਬੁਲੰਦ ਕਰਦਾ ਰਹਿੰਦਾ ਸੀ, ਸੱਚ ਬੋਲਦਾ ਸੀ, ਕਿਸੇ ਦੀ ਕੋਈ ਨਜਾਇਜ਼ ਗੱਲ ਨਹੀਂ ਸੀ ਮੰਨਦਾ, ਤਾਂ ਮੈਨੂੰ ਵੀ ਕਈ ਵਾਰੀ ਡਰਾਉਣ ਲਈ ਕਦੀ ਕੁਛ ਕੀਤਾ ਜਾਂਦਾ ਸੀ, ਕਦੀ ਕੁਛ ਕੀਤਾ ਜਾਂਦਾ ਸੀ। ਇੱਦਾਂ ਹੀ ਮੇਰੇ ਤੇ ਇੱਕ ਕੇਸ ਵੀ ਪਾ ਦਿੱਤਾ ਗਿਆ ਸੀ। ਉਹ ਕੇਸ 2017 ਦੇ ਵਿੱਚ ਡਿਸਾਈਡ ਹੋਇਆ। ਪੀਸੀਐਸ ਅਫਸਰ ਰਹੇ ਹੋ, ਕਰਪਸ਼ਨ ਦਾ ਹੀ ਸੀਗਾ। ਹਾਂ, ਪੀਸੀ ਐਕਟ ਦਾ ਕੇਸ ਸਰਕਾਰ ਨੇ ਪਾਇਆ ਸੀ। ਹਾਲੇ ਕਿ ਉਹ ਪੀਸੀ ਐਕਟ ਦੇ ਤਾਂ ਮੇਰੇ ਤੇ ਚਾਰਜਿਸ ਵੀ ਨਹੀਂ ਫਰੇਮ ਕਰ ਸਕੀ ਕੋਰਟ ਨੇ ਚਲਾਨ ਜਦੋਂ ਡਿਸਾਈਡ ਕਰਨਾ ਸੀ ਤਾਂ ਕੋਰਟ ਨੇ ਉਦੋਂ ਹੀ ਪੀਸੀ ਐਕਟ ਤਾਂ ਉਦੋਂ ਹੀ ਉਡਾ ਦਿੱਤਾ ਸੀ। ਸੋ ਉਹ ਕੇਸ 2017 'ਚ ਜਾ ਕੇ ਮੈਂ 9 ਸਾਲ ਇੱਕ ਝੂਠੇ ਕੇਸ ਨੂੰ ਝੱਲਿਆ ਹੈ। ਇਸ ਕਰਕੇ ਮੈਂ ਚੁੱਪ ਰਿਹਾ ਕਿ ਜਦੋਂ ਇਹ ਕੇਸ ਤੋਂ ਮੈਂ ਬਾਇਜ਼ਤ ਬਰੀ ਹੋਊਂਗਾ ਉਦੋਂ ਮੈਂ ਮੁੱਦਾ ਚੁੱਕਾਂਗਾ। ਪਰ ਅਨਫੋਰਚੂਨੇਟਲੀ ਕਹਿ ਲਓ ਜਾਂ ਕਹਿ ਲਓ ਵੀ ਕੈਪਟਨ ਸਾਹਿਬ ਦੀ ਕਿਸਮਤ ਚੰਗੀ ਸੀ, 2017 'ਚ ਉਹ ਸੀਐਮ ਬਣ ਗਏ ਹੈ। ਤਾਂ ਹੁਣ ਰਾਣੀ ਕਿਹਨੂੰ ਕਵੇ ਵੀ ਅੱਗਾ ਢੱਕ ਹੈ, ਤਾਂ ਮੈਂ ਕੈਪਟਨ ਸਾਹਿਬ ਦੀ ਸ਼ਿਕਾਇਤ ਕੈਪਟਨ ਸਾਹਿਬ ਨੂੰ ਹੀ ਕਿੱਦਾਂ ਕਰਦਾ? ਕੌਣ ਆਖੇ ਫਰੀਦਾ ਇੰਜ ਨਹੀਂ ਇੰਜ ਕਰ, ਇੰਜ ਕਰ, ਤਾਂ ਉਹ ਫਿਰ ਮੈਂ ਕਿੱਦਾਂ ਕਰ ਸਕਦਾ ਸੀ? ਸੋ ਹੁਣ ਕੈਪਟਨ ਸਾਹਿਬ ਗੱਦੀ ਤੋਂ ਬਾਹਰ ਹੋ ਗਏ ਤਾਂ ਮੈਂ ਮਸਲਾ ਚੁੱਕ ਲਿਆ ਹੈ। ਹੁਣ ਮੈਂ ਤਾਂ ਇਹੀ ਉਮੀਦ ਕਰਦਾ ਵੀ ਇਹਨੂੰ ਲੌਜੀਕਲ ਐਂਡ ਤੱਕ ਮੌਜੂਦਾ ਸਰਕਾਰ ਲੈ ਕੇ ਜਾਵੇ ਜਾਂ ਅਗਲੀ ਸਰਕਾਰ ਲੈ ਕੇ ਜਾਵੇ, ਜਾਂ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਸੁਣ ਰਹੀਆਂ ਗੱਲ। ਹੁਣ ਇਸ ਡੈਮੋਕ੍ਰੇਸੀ 'ਚ ਇਲੈਕਸ਼ਨ ਸਿਰ 'ਤੇ ਆ ਗਿਆ ਹੈ, ਪੰਜਾਬ ਦੇ ਇਲੈਕਸ਼ਨ ਸਿਰ 'ਤੇ ਆ ਗਏ। ਹੁਣ ਬਾਕੀ ਦੀਆਂ ਪਾਰਟੀਆਂ ਵਾਅਦੇ ਕਰਨ ਵੀ ਉਹ ਆ ਕੇ ਕੀ ਇਸ ਕੇਸ ਨੂੰ ਖੰਗਾਲੂਗੇ ਜਾਂ ਨਹੀਂ ਖੰਗਾਲੂਗੇ। ਅੱਛਾ, ਕਿਤੇ ਨਾ ਕਿਤੇ ਤੁਸੀਂ ਗੱਲ ਕਰ ਰਹੇ ਹੋ ਬਾਕੀ ਪਾਰਟੀਆਂ ਜਿਹੜੀਆਂ ਇਸ ਮੁੱਦੇ ਨੂੰ ਚੁੱਕਣ ਵੀ ਇਹ ਸਰਕਾਰੀ ਫੰਡ ਦਾ ਮਿਸਯੂਜ਼ ਹੋ ਰਿਹਾ, ਜਨਤਾ ਦੇ ਪੈਸੇ ਦਾ। ਕਿਤੇ ਨਾ ਕਿਤੇ ਸਵਾਲ ਜਦੋਂ ਤੁਸੀਂ ਇਹ ਖੁਲਾਸੇ ਕਰ ਰਹੇ ਹੋ ਤੁਹਾਡੇ ਤੇ ਵੀ ਉੱਠਣਗੇ ਕਿ ਤੁਹਾਨੂੰ ਸ਼ਾਇਦ ਕਿਸੇ ਪਾਰਟੀ ਨੇ ਤਾਂ ਨਹੀਂ ਅੱਗੇ ਹੋ ਗਏ ਇਹੋ ਜਿਹੇ ਖੁਲਾਸੇ ਕਰਨ ਨੂੰ ਕਿਹਾ? ਨਹੀਂ, ਪਾਰਟੀ ਦੀ ਤਾਂ ਉਹ ਤਾਂ ਕਿਸੇ ਪਾਰਟੀ ਤੋਂ ਮੈਂ ਕੀ ਲੈ ਲੈਣਾ, ਮੈਂ ਕਿਹੜਾ ਇਲੈਕਸ਼ਨ ਲੜਨਾ ਪਹਿਲੀ ਗੱਲ। ਹਾਲਾਂਕਿ ਤੁਹਾਡਾ ਰਾਜਨੀਤਿਕ ਪਿਛੋਕੜ ਰਿਹਾ ਤੁਹਾਡੇ ਪਰਿਵਾਰ ਦਾ। ਹਾਂ, ਪਰਿਵਾਰ ਦਾ ਪਿਛੋਕੜ ਰਿਹਾ, ਬਟ ਉਹਦਾ ਮਤਲਬ ਇਹ ਤਾਂ ਨਹੀਂ ਵੀ ਮੇਰੇ ਸ਼ੌਂਕ ਆ ਇਲੈਕਸ਼ਨ ਲੜਨੇ ਜਾਂ ਪੋਲੀਟਿਕਸ 'ਚ ਆਉਣਾ ਚਾਹੁੰਦਾ। ਹਾਂ, ਮੇਰੀ ਕੋਈ ਡਿਜ਼ਾਇਰ ਨਹੀਂ, ਮੇਰਾ ਕੋਈ ਸ਼ੌਂਕ ਨਹੀਂ ਪੋਲੀਟਿਕਸ 'ਚ ਆਉਣਾ। ਪਰ ਮੈਂ ਇਕੱਲਾ ਇਹੀ ਨਹੀਂ ਚਾਹੁੰਦਾ ਵੀ ਇਹ ਤੇ ਕੈਪਟਨ ਸਾਹਿਬ ਨੂੰ ਅੰਦਰ ਹੀ ਕਰੋ ਤੁਸੀਂ। ਮੈਂ ਤਾਂ ਕਹਿੰਦਾ ਤੁਸੀਂ ਨਾ ਕਰੋ ਕੈਪਟਨ ਸਾਹਿਬ ਨੂੰ ਅੰਦਰ, ਬਾਕੀ ਦੀਆਂ ਪਾਰਟੀਆਂ ਅਨਾਊਂਸ ਕਰਨ ਵੀ ਠੀਕ ਹੈ ਜੀ, ਅਸੀਂ ਜੇ ਪਾਵਰ 'ਚ ਆਵਾਂਗੇ ਤਾਂ ਅਸੀਂ ਸੀਐਮ ਦਾ ਸੀਕ੍ਰੇਟ ਸਰਵਿਸ ਫੰਡ ਬੰਦ ਕਰਾਂਗੇ। ਇਹਦੀ ਕੀ ਲੋੜ ਹੈ? ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਮੈਂ ਨਹੀਂ ਸਮਝਦਾ ਵੀ ਇਹਦੀ ਕੋਈ ਜ਼ਰੂਰਤ ਹੈ। ਸੋ ਆਪਣੇ ਮੈਨੀਫੈਸਟੋ 'ਚ ਜਿਹੜੀ ਇਮਾਨਦਾਰ ਪਾਰਟੀ, ਜਿਹੜਾ ਬੰਦਾ ਕਹਿ ਰਿਹਾ ਵੀ ਮੇਰੀ ਪਾਰਟੀ ਬਹੁਤ ਇਮਾਨਦਾਰ ਹੈ, ਉਹ ਕਰੇ ਡਿਕਲੇਅਰ ਵੀ ਮੈਂ ਇੱਦਾਂ ਦੇ ਫੰਡ ਬੰਦ ਕਰੂੰਗਾ। ਪਰ ਮਤਲਬ ਇਹ ਦੇਖਿਆ ਜਾਵੇ ਹੀਰ ਸਾਹਿਬ, ਤੁਹਾਡੇ ਕੋਲ ਜਦੋਂ ਇਹ ਬਿੱਲ ਪਾਸ ਹੋਣ ਲਈ ਆਉਂਦੇ ਸੀ 40 ਲੱਖ ਰੁਪਏ ਕਹਿੰਦੇ ਉਹਨੂੰ ਰਵਿੰਦਰ ਸਿੰਘ ਨੂੰ ਜਾ ਰਿਹਾ, ਦੁੰਮਣਾ ਨੂੰ ਐਸਜੀਪੀਸੀ ਇਲੈਕਸ਼ਨਾਂ ਲਈ ਜਾਂ ਹੋਰ ਟਿਕਟਾਂ ਲਈ ਜਾ ਰਿਹਾ, ਸ਼ਾਪਿੰਗਸ ਲਈ ਜਾ ਰਿਹਾ, BIS ਚਹਿਲ ਨੂੰ ਲੱਖਾਂ ਰੁਪਇਆ ਗਿਆ ਹੋਇਆ। ਮਤਲਬ ਬਿਲਕੁਲ ਹੀ ਮਤਲਬ ਕਹਿ ਲਓ ਪੂਰੀ ਤਰ੍ਹਾਂ ਸਿੱਧੇ ਤੌਰ ਤੇ ਮਿਸਯੂਜ਼ ਹੀ ਸੀਗਾ ਸਾਰਾ। ਦੇਖੋ, ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ, ਬਿੱਲ ਕੋਈ ਨਹੀਂ ਸੀ ਪਾਸ ਹੋਣ ਲਈ ਮੇਰੇ ਕੋਲ ਆਉਂਦਾ। ਸੈਕਸ਼ਨ ਆਫੀਸਰ, ਸੈਕਸ਼ਨ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਸੀਗੀ? ਨਹੀਂ, ਸੈਂਕਸ਼ਨ ਦੀ ਜ਼ਿੰਮੇਵਾਰੀ ਚੀਫ ਮਿਨਿਸਟਰ ਦੀ ਸੀ। ਮੇਰਾ ਕੰਮ ਸਿਰਫ ਇੰਨਾ ਹੁੰਦਾ ਸੀ ਕਿ ਕੈਸ਼ ਵਿਡਰਾਅ ਕਰਕੇ ਆਫਿਸ 'ਚ ਰੱਖ ਲੈਣਾ, ਔਰ ਸੀਐਮ ਸਿਰਫ ਇਹ ਕਹਿੰਦਾ ਸੀ ਵੀ ਇਸ ਬੰਦੇ ਨੂੰ ਇੰਨੇ ਪੈਸੇ ਦੇ ਦਿਓ, ਇਸ ਬੰਦੇ ਨੂੰ ਇੰਨੇ ਪੈਸੇ ਦੇ ਦਿਓ, ਔਰ ਉਹ ਸਾਡੀ ਡਿਊਟੀ ਬਣਦੀ ਸੀ ਵੀ ਅਸੀਂ ਦੇ ਦਈਏ। ਇਹ ਤਾਂ ਤੁਸੀਂ ਕਹਿ ਲਓ ਵੀ ਮੇਰੀ ਜ਼ਮੀਰ ਸੀ ਕਿ ਮੈਂ ਉਹਦਾ ਰਿਕਾਰਡ ਰੱਖੀ ਗਿਆ। ਅੰਦਰੋਂ ਇੱਕ ਆਵਾਜ਼ ਉੱਠ ਪਈ ਵੀ ਇਹ ਹੋ ਕੀ ਰਿਹਾ, ਇਹ ਹੋ ਕੀ ਰਿਹਾ। ਸੋ ਮੈਂ ਉਹਦਾ ਰਿਕਾਰਡ ਮੇਨਟੇਨ ਕਰਨਾ ਸ਼ੁਰੂ ਕਰਤਾ। ਹੁਣ ਤੁਸੀਂ ਦੱਸੋ, ਮੈਂ ਉਦੋਂ ਦੀਆਂ ਕਾਪੀਆਂ ਲਿਖ ਲਈਆਂ, ਉਹ ਇੱਕ ਤਰ੍ਹਾਂ ਦੀ ਕੈਸ਼ ਬੁੱਕ ਲਿਖ ਲਈ। ਕੱਲ੍ਹ ਨੂੰ ਜੇ ਇਹਦੀ ਇਨਕੁਆਇਰੀ ਹੋਊਗੀ ਤਾਂ ਕੀ ਉਹ ਕਾਪੀਆਂ ਮੈਂ ਇਨਕੁਆਇਰੀ ਅਫਸਰ ਨੂੰ ਪੇਸ਼ ਨਹੀਂ ਕਰੂੰਗਾ? ਜਦੋਂ ਪੇਸ਼ ਕਰੂੰਗਾ ਕੀ ਉਹਦੀ ਕਾਰਬਨ ਡੇਟਿੰਗ ਨਹੀਂ ਹੋਊਗੀ? ਬਿਲਕੁਲ, ਤੁਹਾਡੇ ਤੋਂ ਸਬੂਤ ਮੰਗਿਆ ਜਾਊਗਾ। ਉਹਦੀ ਏਜ ਡਿਟਰਮਿਨ ਹੋਊਗੀ ਉਸ ਕਾਪੀ ਦੀ ਵੀ ਇਹ ਕਦੋਂ ਦੀ ਲਿਖੀ ਹੋ ਆ। ਫਿਰ ਮੇਰੀ ਹੈਂਡ ਰਾਈਟਿੰਗ ਅਸੈਸ ਹੋਊਗੀ, ਕ੍ਰਾਸ ਚੈੱਕ ਹੋਊਗਾ ਕਿ ਮੇਰੀ ਹੈਂਡ ਰਾਈਟਿੰਗ ਹੈ ਜਾਂ ਹੋਰ ਕਿਸੇ ਦੀ ਆ। ਸੋ ਮੇਰੀ ਹੈਂਡ ਰਾਈਟਿੰਗ 'ਚ ਕੋਈ ਕੈਸ਼ ਬੁੱਕ 15 ਸਾਲ ਪੁਰਾਣੀ ਲਿਖੀ ਹੋ ਆ, ਜਦੋਂ ਸਾਇੰਟੀਫਿਕਲੀ ਪ੍ਰੂਵ ਹੋ ਜਾਊਗੀ ਤਾਂ ਉਹਨੂੰ ਐਜ਼ ਐਵੀਡੈਂਸ ਮੰਨਿਆ ਜਾਊਗਾ। ਫਿਰ ਉਹਦੀਆਂ ਐਂਟਰੀਆਂ ਮੈਚ ਹੋਊਗੀਆਂ। ਜਦੋਂ ਮੈਂ ਲਿਖਿਆ ਹੋਊਗਾ ਕਿ ਇੰਨੀ ਤਰੀਕ ਨੂੰ ਇੰਨੇ ਪੈਸੇ ਵਿਡਰਾ ਕਰ ਲਏ, ਉਹ ਖਜ਼ਾਨੇ ਦੇ ਰਿਕਾਰਡ ਨਾਲ ਮੈਚ ਕੀਤੇ ਜਾਊਗੇ। ਜੇ ਉਹ ਦੋਨੇ ਤਰੀਕਾਂ ਮਿਲਦੀਆਂ ਹੋਣਗੀਆਂ ਤਾਂ ਮੇਰੀ ਜਿਹੜੀ ਕਾਪੀ ਆ ਉਹਨੂੰ ਸੱਚ ਮੰਨਿਆ ਜਾਊਗਾ।
ਸੋ ਮੈਂ ਆਪਣੇ ਤੌਰ ਤੇ, ਹੁਣ ਤੁਸੀਂ ਜੈਨ ਡਾਇਰੀਜ਼ ਬਾਰੇ ਸੁਣਿਆ ਹੋਣਾ, ਉਹ ਕੱਲੀਆਂ ਡੈਰੀਆਂ ਦੇ ਸਿਰ ਤੇ ਹੀ ਸਾਰਾ ਕੁਝ ਹੋ ਗਿਆ, ਬਖੇੜਾ ਖੜਾ ਹੋ ਗਿਆ ਸੀਗਾ ਪੂਰੇ ਦੇਸ਼ 'ਚ। ਖੜਾ ਹੋ ਗਿਆ ਨਾ। ਸਹੀ ਗੱਲ। ਤਾਂ ਇਹ ਜੈਨ ਡੈਰੀਆਂ ਨਾਲੋਂ ਘੱਟ ਨਹੀਂ ਗਾ। ਇਹ ਅਹੀਰ ਡੈਰੀ ਹੈ, ਅਹੀਰ ਡੈਰੀ। ਅਹੀਰ ਡੈਰੀ ਕਹਿ ਲਓ, ਜਾਂ ਤੁਸੀਂ, ਮੈਂ ਤਾਂ ਕਹਿੰਦਾ ਜ਼ਮੀਰ ਦੀ ਆਵਾਜ਼ ਕਹਿ ਲਓ ਹੈ। ਇਹ ਜਿਹੜਾ ਰਿਕਾਰਡ ਉਦੋਂ ਦਾ ਮੇਨਟੇਨ ਕੀਤਾ ਆ, ਇਹ ਸਾਬਤ ਕੀਤਾ ਜਾ ਸਕਦਾ ਔਰ ਇਹ ਸੱਚ ਸਾਬਤ ਹੋਊਗਾ ਜੇ ਕੋਈ ਇਨਕੁਆਇਰੀ ਹੋਵੇ ਤਾਂ। ਅਦਰਵਾਈਜ਼ ਮੈਂ ਕਹਿੰਦਾ ਨਾ ਕਰੋ ਇਨਕੁਆਇਰੀ, ਬਟ ਘੱਟੋ ਘੱਟ ਮੈਂ ਰੌਲਾ ਇੰਨਾ ਪਾਊਂਗਾ, ਮਜਬੂਰੀ ਬਣ ਜਾਊਗੀ ਆਉਣ ਵਾਲੀਆਂ ਸਰਕਾਰਾਂ ਦੀ ਕਿ ਇਹ ਫੰਡ ਬੰਦ ਕਰਨਾ ਪਊ। ਅੱਛਾ, ਹਾਲੇ ਤਾਂ ਤੁਸੀਂ 1 ਸਾਲ ਦੀ ਫਿਗਰ ਦੱਸੀ ਹੈ, 1 ਸਾਲ ਦੀ ਲਿਸਟ ਕੱਢ ਕੇ ਲਿਆਂਦੀ ਹੈ, ਬਾਕੀ ਵੀ ਪਈਆਂ ਤੁਹਾਡੇ ਕੋਲ? ਬਾਕੀ ਵੀ ਪਈਆਂ ਜੀ, ਉਹ ਵੀ ਦੱਸਾਂਗੇ ਬਾਕੀ ਸਾਲਾਂ 'ਚ ਕੀ ਹੋਇਆ। ਬੜੇ ਵੱਡੇ ਉਹਦੇ ਵਿੱਚ ਵੀ ਰੈਵੀਲੇਸ਼ਨ ਆ। ਹਾਂਜੀ, ਕਹਿਣ ਨੂੰ ਤਾਂ ਹੁਣ ਮਿਸਿਸ ਭੱਟਲ ਦਾ ਕੇਸ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਨੇ ਡਿਸਾਈਡ ਕੀਤਾ ਸੀ, ਉਹ ਐਡੀਸ਼ਨਲ ਸੈਸ਼ਨ ਜੱਜ ਦੇ ਰੈਂਕ ਦੇ ਅਧਿਕਾਰੀ ਨੂੰ, ਉਹਦੇ ਲਈ ਵੀ ਪੈਸੇ ਲੈ ਕੇ ਗਏ। ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ BIS ਚਾਹਲ, ਭਰਤਿੰਦਰ ਸਿੰਘ ਚਾਹਲ ਜਿਹੜੇ ਨੇ, ਉਹਨਾਂ ਦੇ ਨਾਂ ਤੇ 2 ਲੱਖ ਰੁਪਏ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਫੋਰ ਭੱਠਲ ਕੇਸ, ਇਸ ਤੇ ਦਿਖ ਰਹੀ ਹੈਗੀ ਹੈ। ਸੋ ਇਹ ਅਹੀਰ ਸਾਹਿਬ ਦੀ ਡੈਰੀ ਦੇ ਜਿਹੜੇ ਪੰਨੇ ਉਹ ਅਸੀਂ ਅੱਜ ਫਰੋਲ ਰਹੇ ਹੈਗੇ ਆ। 15-16 ਸਾਲ ਪੁਰਾਣੇ ਇਹ ਪੇਜ ਹੈਗੇ ਨੇ, ਖੁਲਾਸੇ ਬੜੇ ਹੋ ਰਹੇ ਨੇ ਇਹਨਾਂ ਦੇ ਨਾਲ। ਸੋ ਕੀ ਲੱਗਦਾ ਜਦੋਂ ਤੁਸੀਂ ਮਤਲਬ ਸੁਗ ਬਗਾਹਟ ਚਿੰਗਾਰੀ, ਜਦੋਂ ਇਹ ਤਾਂ ਸਰਵਿਸ ਜਦੋਂ ਸੀਗੇ ਉਦੋਂ ਹੀ ਤੁਸੀਂ ਲਾਣੀ ਸ਼ੁਰੂ ਕਰਤੀ ਹੋਣੀ, ਇਤਰਾਜ਼ ਤਾਂ ਤੁਸੀਂ ਔਨ ਡਿਊਟੀ ਹੀ ਕੀਤਾ ਇਸ ਤੇ ਕਦੀ ਕੈਪਟਨ ਸਾਹਿਬ ਨੇ ਕਿਹਾ ਨਹੀਂ ਵੀ ਚੁੱਪ ਕਰ ਜਾਓ? ਨਹੀਂ, ਕੈਪਟਨ ਸਾਹਿਬ ਦੀ ਇੱਦਾਂ ਦੀ ਆਦਤ ਨਹੀਂ ਹੈਗੀ, ਉਹ ਕਹਿੰਦੇ ਕੁਝ ਨਹੀਂ ਹੁੰਦੇ। ਉਹਨਾਂ ਦੀ ਜਿਹੜੀ ਟੀਮ ਆ ਉਹਦੀ ਇੱਕੋ ਹੀ ਖਾਸੀਅਤ ਆ, ਉਹ ਝੂਠੇ ਪਰਚੇ ਪਾਉਂਦੀ ਹੁੰਦੀ ਆ। ਉਹਨਾਂ ਨੇ ਮਿਸਿਸ ਭੱਠਲ 'ਤੇ ਵੀ ਝੂਠਾ ਹੀ ਪਾਇਆ ਸੀ, ਉਹਨਾਂ ਨੇ ਮੇਰੇ 'ਤੇ ਵੀ ਝੂਠਾ ਪਵਾ ਦਿੱਤਾ। ਤਾਂ ਉਹ ਤਾਂ ਕੋਈ ਐਡੀ ਗੱਲ ਨਹੀਂ, ਝੂਠ ਕਦੀ ਸੱਚ ਨਹੀਂ ਬਣਦਾ ਹੁੰਦਾ। ਅੱਛਾ, ਜੇ ਤੁਸੀਂ ਹੁਣ ਗੱਲ ਕਰ ਹੀ ਦਿੱਤੀ ਹੈ ਤੁਹਾਡੇ 'ਤੇ ਕੇਸ ਝੂਠਾ ਸੀ, ਉਹ ਕੀ ਸੀ? ਥੋੜ੍ਹਾ ਉਹ ਵੀ ਦੱਸੋ ਵੀ ਸਰਕਾਰ ਕਿੱਦਾਂ ਹਰਾਸ ਕਰ ਸਕਦੀ ਹੈ। ਸਰਕਾਰ ਹਰਾਸ ਇੱਦਾਂ ਕਰ ਸਕਦੀ ਆ ਕਿ ਇੱਕ ਸੋਰਸ ਰਿਪੋਰਟ, ਵਿਜੀਲੈਂਸ ਵਿਭਾਗ ਦੇ 80-90% ਕੇਸ ਜਿਹੜੇ ਉਹ ਸੋਰਸ ਰਿਪੋਰਟਾਂ 'ਤੇ ਤਿਆਰ ਕੀਤੇ ਜਾਂਦੇ ਆ, ਸੂਤਰਾਂ ਦੇ ਹਵਾਲੇ ਨਾਲ। ਸੋ ਇੱਕ DDR ਫਾਈਲ ਕੀਤੀ ਗਈ ਕਿ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਕਿ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ 'ਚ ਬੜਾ ਘਪਲਾ ਆ ਹੈ, ਤਾਂ ਉੱਥੇ ਦੀ ਇਨਕੁਆਇਰੀ ਕੀਤੀ ਜਾਵੇ। ਇਨਕੁਆਇਰੀ ਕੀਤੀ ਤਾਂ ਉਹਨਾਂ ਨੇ ਪਹਿਲਾਂ ਉਹ ਇੱਕ ਪੱਟੀਆਂ ਸਪਲਾਈ ਕਰਨ ਵਾਲੇ ਬੰਦੇ ਨੂੰ ਅਰੈਸਟ ਕਰ ਲਿਆ, ਮੁੜ ਕੇ ਉਹਦੇ ਬਿਆਨਾਂ 'ਚ ਮੇਰਾ ਨਾਂ ਲਿਖ ਲਿਆ ਕਿ ਅਸੀਂ ਰਕੇਸ਼ ਸ਼ੀਨ ਨੂੰ ਪੈਸੇ ਦਿੱਤੇ ਸੀ ਹੈ। ਸੋ ਉਹ 6-7 ਸਾਲ ਤਾਂ ਉਹ ਕੇਸ ਪਹਿਲਾਂ ਇਨਵੈਸਟੀਗੇਟ ਹੁੰਦਾ ਰਿਹਾ। ਬਾਅਦ ਵਿੱਚ ਜਦੋਂ ਸਰਕਾਰ ਬਦਲ ਗਈ ਤਾਂ ਬਾਦਲ ਸਾਹਿਬ ਦੀ ਸਰਕਾਰ ਆ ਗਈ, ਉਹਨਾਂ ਨੇ ਚੁੱਕ ਕੇ ਉੱਤੇ ਚਲਾਨ ਪੇਸ਼ ਕਰਤਾ। ਉਹ ਚਲਾਨ ਫਿਰ ਜਦੋਂ ਕੋਰਟ ਨੇ ਐਗਜ਼ਾਮਿਨ ਕੀਤਾ ਤਾਂ ਕੋਰਟ ਨੇ ਪਹਿਲੀ ਬਹਿਸ 'ਤੇ ਹੀ ਕਹਿ ਦਿੱਤਾ ਵੀ ਇਹਦੇ ਵਿੱਚ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਵਾਲੀ ਤਾਂ ਕੋਈ ਗੱਲ ਨਾ ਲੱਗਦੀ ਆ ਤਾਂ ਨਾ ਸਾਬਤ ਹੋ ਸਕਦੀ ਹੈ। ਸੋ ਉਹ ਧਾਰਾਵਾਂ ਕੋਰਟ ਨੇ ਅੜਾਤੀਆਂ ਤਾਂ ਮੇਰੇ 'ਤੇ ਫਿਰ, ਬਟ ਉਹ ਕਹਿੰਦੇ ਜੀ ਵੀ 420 ਤਾਂ 120 ਵੀ ਦਾ ਜਿਹੜਾ ਤੁਹਾਨੂੰ ਟਰਾਇਲ ਫੇਸ ਕਰਨਾ ਪਊਗਾ। ਸੋ ਉਹ ਮੈਂ 2 ਵਾਰੀ ਮੈਂ ਹਾਈ ਕੋਰਟ 'ਚ ਵੀ ਗਿਆ, ਬਟ ਹਾਈ ਕੋਰਟ ਕੋਲ ਵੀ ਇੰਨਾ ਸਮਾਂ ਹੀ ਨਹੀਂ ਹੁੰਦਾ, ਜੱਜਾਂ ਕੋਲ ਬੇਲ ਹੀ ਹੈ ਨਹੀਂ ਵੀ ਉਹ ਇਹ ਕਿਸੇ ਨੂੰ ਐਂਟਰਟੇਨ ਨਹੀਂ ਵੀ ਐਗਜ਼ਾਮਿਨ ਕਰਕੇ ਕਿਸੇ ਬੰਦੇ ਨੂੰ ਰਿਲੀਫ ਦੇ ਸਕਣ। ਉੱਥੇ ਵੀ ਮੇਰਾ ਫਿਰ ਇਹੀ ਐਕਸਪੀਰੀਅੰਸ ਹੋਇਆ ਵੀ ਛੱਡੋ ਯਾਰ, ਟਰਾਇਲ ਫੇਸ ਕਰਦੇ ਹਾਂ, ਸਾਨੂੰ ਕੀ ਆ, ਅਸੀਂ ਕਿਹੜਾ ਕੁਛ ਕੀਤਾ ਹੈ। ਸੋ ਟਰਾਇਲ ਫੇਸ ਕੀਤਾ, ਉੱਥੇ ਸਰਕਾਰ ਸਬੂਤ ਨਹੀਂ ਪੇਸ਼ ਕਰ ਸਕੀ ਤਾਂ ਕੋਰਟ ਨੇ ਮੈਨੂੰ ਬਾਈਇੱਜ਼ਤ ਬਰੀ ਕਰਤਾ। ਅੱਛਾ, ਆਪਾਂ ਅਹੀਰ ਸਾਹਿਬ CM ਸਾਹਿਬ ਦੇ ਇਹਦੇ ਸੀਕ੍ਰੇਟ ਫੰਡ ਦੀ ਗੱਲ ਕਰ ਰਹੇ ਹਾਂ, ਥੋੜਾ ਦਾ ਪਿਛੋਕੜ ਸਾਡੇ ਦਰਸ਼ਕਾਂ ਨੂੰ ਵੀ, ਇਹ ਕਿੰਨੇ ਕੁ ਸਾਲ ਹੋ ਗਏ ਨੇ ਖਾਸ ਕਰ ਪੰਜਾਬ ਗੌਰਮੈਂਟ 'ਚ ਬਣਨਾ ਸ਼ੁਰੂ ਹੋਇਆ ਸੀ? ਬਜਟ 'ਚ ਐਲੋਕੇਸ਼ਨ ਪਹਿਲਾਂ ਹੀ ਹੋ ਜਾਂਦੀ ਹੈ, ਕਿੱਦਾਂ ਇਹਦਾ ਚੱਲਦਾ ਕੰਮ? ਦੇਖੋ, ਇਹ ਟ੍ਰੈਡੀਸ਼ਨਲੀ ਪਹਿਲਾਂ ਤਾਂ ਸੀਕ੍ਰੇਟ ਸਰਵਿਸ ਫੰਡ ਇਕੱਲੇ DGP ਜਾਂ SSP ਦੇ ਕੋਲ ਹੁੰਦਾ ਸੀ। ਸੋ ਉੱਥੇ ਤਾਂ ਇਸ ਕਰਕੇ ਦਿੱਤਾ ਜਾਂਦਾ ਸੀਗਾ ਵੀ ਕਿਸੇ ਕੋਲੋਂ ਇਨਫੋਰਮੇਸ਼ਨ ਲੈਣੀ ਆ ਜਾਂ ਕਿਸੇ ਸੋਰਸ ਦੀ ਪ੍ਰੋਟੈਕਸ਼ਨ ਲਈ ਕੋਈ ਅਰੇਂਜਮੈਂਟ ਕਰਨੇ ਆ ਤਾਂ ਇਹ ਫੰਡ ਯੂਜ਼ ਕੀਤਾ ਜਾਂਦਾ ਸੀ। ਪਰ ਅੱਤਵਾਦ ਦੇ ਸਮੇਂ ਤੋਂ ਲੈ ਕੇ ਇਹ ਫੰਡ ਜਿਹੜਾ ਆ ਉਹ CM ਆਫਿਸ 'ਚ ਵੀ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਹੁਣ ਮੇਰਾ ਇਹਦੇ ਵਿੱਚ ਇੱਕ ਆ ਵੀ ਜਿਹੜਾ ਤਾਂ DGP ਦਾ ਹੁੰਦਾ ਉਹ ਤਾਂ DGP ਦੇ ਬਜਟ 'ਚ ਜਾਂਦਾ ਪੈਸਾ, ਜਿਹੜਾ ਸੀਕ੍ਰੇਟ ਫੰਡ CM ਸਾਹਿਬ ਦੇ ਕੋਲ ਹੁੰਦਾ ਉਹ ਬਜਟ ਦੇ ਵਿੱਚ ਜਿਹੜੇ CM ਦੇ ਆਫਿਸ ਐਕਸਪੈਂਸਿਸ ਹੁੰਦੇ ਆ
ਉਹਦੇ ਵਿੱਚ ਪਹਿਲਾਂ ਹੀ ਲੱਗ ਕੇ ਆਉਂਦਾ। ਫਿਰ ਉਹਦੀ ਜਿੰਨੀ ਸਾਲ ਦੀ ਐਲੋਕੇਸ਼ਨ ਹੁੰਦੀ ਆ ਉਹ ਕਦੀ ਵੀ ਉਸ ਐਲੋਕੇਸ਼ਨ 'ਤੇ ਟਿਕੇ ਨਹੀਂ CM ਸਾਹਿਬ, ਖਾਸ ਕਰਕੇ ਮੇਰੇ 5 ਸਾਲਾਂ ਦੇ ਦੌਰਾਨ ਹਮੇਸ਼ਾ ਪਾਰ ਜਾਂਦਾ ਸੀ। ਹਮੇਸ਼ਾ ਪਾਰ ਜਾਂਦਾ ਸੀ। ਜਦੋਂ ਫੰਡ ਖਤਮ ਹੋ ਜਾਂਦੇ ਸੀ ਤਾਂ ਇੱਕ ਨੋਟ ਲਿਖ ਦਿੱਤਾ ਜਾਂਦਾ ਸੀ FD ਨੂੰ ਕਿ ਇਹ ਪੈਸੇ ਥੋੜ੍ਹੇ ਜਿਹੇ ਹੋਰ ਦੇ ਦਿੱਤੇ ਜਾਣ, ਉਹ ਕਰੋੜ 2 ਕਰੋੜ ਹੋਰ ਦੇ ਦਿੰਦੇ ਸੀ, ਫਿਰ ਉਹ ਵੀ ਖਰਚ ਲੈਂਦੇ ਸੀ। ਥੋੜੇ ਜਿਹੇ ਕਰੋੜ ਹੁੰਦੇ ਸੀਗੇ। ਜਦੋਂ ਸਟੇਟ ਦੀ ਗਵਰਨੈਂਸ ਨੂੰ ਅਸੀਂ ਟੋਟਲੀ ਦੇਖੀਏ ਤਾਂ ਫਿਰ ਉੱਥੇ ਤਾਂ ਕਰੋੜ ਜਾਂ 2 ਕਰੋੜ ਦੀ ਕੋਈ ਅਹਿਮੀਅਤ ਹੀ ਨਹੀਂ ਹੁੰਦਾ, ਬਹੁਤ ਛੋਟੀ ਰਕਮ ਸਮਝੀ ਜਾਂਦੀ ਹੈ। ਸੋ ਇਹ ਵੈਸੇ ਤਾਂ ਮੇਰਾ ਐਕਸਪੀਰੀਅੰਸ ਇਹੀ ਰਿਹਾ ਕਿ CM ਆਫਿਸ ਦੇ ਵਿੱਚ ਇਸ ਫੰਡ ਦੀ ਕੋਈ ਜ਼ਰੂਰਤ ਨਹੀਂ। ਇਹ ਤੁਸੀਂ ਅੱਜ ਤੋਂ ਕਹਿ ਲਓ ਵੀ 15-16 ਸਾਲ ਪਹਿਲਾਂ ਇਹ ਗੱਲ ਮਹਿਸੂਸ ਕਰ ਲਈ ਸੀਗੀ ਜਦੋਂ ਤੁਸੀਂ ਦੇਖਿਆ ਵੀ ਇਹ ਹੋ ਕੀ ਰਿਹਾ ਫੰਡ ਦੇ ਨਾਂ ਤੇ? 15-16 ਸਾਲ ਪਹਿਲਾਂ ਮਹਿਸੂਸ ਕਰਕੇ ਬੋਲਿਆ ਵੀ ਮੈਂ ਤੇ ਉਹਦਾ ਖਮਿਆਜਾ ਵੀ ਭੁਗਤਿਆ। ਪਰ ਇਹ ਵੀ ਪਤਾ ਲੱਗਿਆ ਸ਼ਾਇਦ ਤੁਹਾਨੂੰ ਜਦੋਂ ਤੁਸੀਂ ਆਪਣੀ ਸਰਵਿਸ ਤੋਂ VRS ਵੀ ਲੈ ਗਏ ਸੀਗੇ, ਟਿਕਟ ਵੀ ਆਫਰ ਹੋਈ ਕੈਪਟਨ ਵੱਲੋਂ? ਉਹ ਨਾ ਤਾਂ ਇਹ ਕਹਿ ਲਓ ਵੀ ਮੈਂ ਇੰਟਰਸਟਿਡ ਸੀ ਤਾਂ ਨਾ ਕੈਪਟਨ ਸਾਹਿਬ ਦੇ ਹੱਥ ਦੀ ਗੱਲ ਸੀ। ਕਿਹਾ ਜ਼ਰੂਰ ਸੀ ਇਹਨਾਂ ਨੇ ਮੈਨੂੰ ਵੀ ਤੂੰ ਇਲੈਕਸ਼ਨ ਲੜ ਲਾ, ਕਿਉਂਕਿ ਮੈਂ ਪਹਿਲਾਂ ਹੀ NGOs ਦੇ ਕੰਮ ਕਰਦਾ ਸੀ ਔਰ ਮੇਰੀ ਕਹਿ ਲਓ ਕਿ ਕੁਛ ਸਹਿਚਾਰ ਸੀ ਕਿਸੇ ਖਾਸ ਇਲਾਕੇ 'ਚ, ਤਾਂ ਇਹਨਾਂ ਨੇ ਕਿਹਾ ਸੀ ਬਟ ਮੈਂ ਤਾਂ ਇੰਟਰਸਟਿਡ ਵੀ ਨਹੀਂ ਸੀ। ਪਰ ਜੇ ਕਹਿ ਲਓ ਵੀ ਉਸ ਗੱਲ 'ਤੇ ਵੀ ਕੈਪਟਨ ਸਾਹਿਬ ਜੇ ਨਹੀਂ ਸਿਰੇ ਉਤਰੇ ਤਾਂ ਉਹਦੇ ਵਿੱਚ ਮੇਰਾ ਤਾਂ ਕੋਈ ਨੁਕਸਾਨ ਨਹੀਂ ਹੋਇਆ, ਕੈਪਟਨ ਸਾਹਿਬ ਦਾ ਹੀ ਹੋਇਆ। 10 ਸਾਲ ਤਾਂ ਪਾਵਰ ਤੋਂ ਬਾਹਰ ਹੋ ਰਹੇ, ਮੈਂ ਤਾਂ VRS ਆਪਣੀ ਲੈ ਕੇ ਆਪਣੇ ਘਰ ਚਲੇ ਗਿਆ ਸੀ। ਅੱਛਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਫੰਡ ਲੱਗਦਾ ਵੀ ਬੇਮਾਇਨੇ ਜਿਹਾ ਹੈਗਾ, ਇਹਦੀ ਲੋੜ ਨਹੀਂ ਹੈਗੀ ਹੈ, ਤੇ ਹੋਰ ਵੀ ਸਰਕਾਰਾਂ ਭਾਵੇਂ ਕਹੀਏ ਆਪਾਂ ਲੰਬੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਪੰਜਾਬ 'ਚ ਰਹੀ ਹੈ, ਕੀ ਲੱਗਦਾ ਤੁਹਾਨੂੰ ਉਹ ਵੀ ਉੱਥੇ ਵੀ ਇੱਦਾਂ ਹੀ ਚੱਲਦਾ ਹੋਣਾ ਕੰਮ? ਦੇਖੋ ਇਹਦੇ ਬਾਰੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦਾ ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਬਟ ਪਰ ਤੁਹਾਡੀ ਥਾਂ ਤੇ ਤੁਹਾਡੇ ਪੰਜ ਤਾਂ ਦੇਖੋ ਜਿਹੜਾ ਹੌਸਲਾ ਮੈਂ ਕੀਤਾ ਨਾ, ਜੇ ਉਹ ਸਾਰੇ ਅਫਸਰ ਕਰਨ ਲੱਗ ਪੈਣ ਫਿਰ ਤਾਂ ਪੰਜਾਬ ਦੇ ਹਾਲਾਤ ਹੀ ਹੋਰ ਹੋ ਜਾਣ। ਆਫਟਰ ਆਲ ਜਿਹੜੀ ਪੰਜਾਬ ਦੇ ਇਸ ਵੇਲੇ ਹਾਲਾਤ ਆ ਉਹ ਬਹੁਤੇ ਇਸ ਕਰਕੇ ਵੀ ਨੇ ਕਿ ਬਿਊਰੋਕ੍ਰੇਸੀ ਨੇ ਤਾਂ ਸਟੈਂਡ ਲੈਣਾ ਹੀ ਛੱਡਤਾ। ਹਰ ਕੋਈ ਬੰਦਾ ਥੱਲੇ ਹੀ ਲੱਗੀ ਜਾ ਰਿਹਾ, ਕੋਈ ਬੰਦਾ ਤਾਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਆਹ ਕੰਮ ਨਾ ਕਰੀਏ ਜੀ, ਕਿਸੇ ਨੂੰ ਤਾਂ ਕਹਿਣਾ ਹੀ ਪੈਣਾ ਜੀ। ਇਹਦੇ 'ਚ ਆਪਾਂ ਕਈ ਤਾਂ ਵੱਡੇ ਅਫਸਰਾਂ ਦੇ ਨਾਮ ਹੈਗੇ ਨੇ, ਕੋਈ DIG ਜਾਂ ਹੋਰ ਇਸ ਤਰ੍ਹਾਂ ਦੇ ਵੱਡੇ ਅਫਸਰ, ਪਰ ਜਿੱਦਾਂ ਇਹ BIS ਚਹਿਲ ਵਰਗੇ ਹੈਗੇ ਨੇ, ਕਦੀ ਕਦੀ ਆਪ ਵੀ ਆ ਜਾਂਦੇ ਸੀ ਪੈਸੇ ਲੈਣ ਇਹ ਫੜਨ? ਨਹੀਂ, ਆਪ ਤਾਂ ਨਹੀਂ ਸੀ ਆਉਂਦੇ। ਤੁਸੀਂ ਕੈਸ਼ ਫੜਾਉਂਦੇ ਸੀ? ਤੁਸੀਂ ਕੈਸ਼ ਫੜਾਉਂਦੇ ਹੁੰਦੇ ਸੀ ਉਹਨਾਂ ਨੂੰ? ਨਹੀਂ, ਜ਼ਰੂਰੀ ਨਹੀਂ ਕਿ ਮੈਂ ਹੀ ਕੈਸ਼ ਫੜਾਉਂਦਾ ਸੀ, ਕਈ ਅਫਸਰਾਂ ਨੂੰ ਮੇਰਾ PA ਵੀ ਜਾ ਕੇ ਦੇ ਆਉਂਦਾ ਸੀ। ਤੁਸੀਂ ਵੀ ਬਹੁਤਿਆਂ ਨੂੰ ਫੜਾਇਆ ਹੋਣਾ? ਮੈਂ ਕਈਆਂ ਨੂੰ ਫੜਾਇਆ, ਆਪਣੇ ਹੱਥੀਂ ਵੀ ਫੜਾਇਆ। ਕਦੀ ਆਇਆ ਚਹਿਲ ਵਗੈਰਾ ਖੁਦ ਆਏ ਲੈਣ? ਨਹੀਂ, ਉਹ ਲੈਣ ਨਹੀਂ ਆਉਂਦੇ ਕਿਉਂਕਿ ਉਹਦਾ ਮਿਨਿਸਟਰ ਦਾ ਰੈਂਕ ਸੀ ਉਦੋਂ, ਉਹ ਕਿਉਂ ਕਿਸੇ PCS ਅਧਿਕਾਰੀ ਦੇ ਕੋਲ ਲੈਣ ਆਊਗਾ ਪੈਸੇ, ਉਹਨੂੰ ਪਹੁੰਚਾਉਣੇ ਹੀ ਪੈਂਦੇ ਸੀ। ਸੋ ਕੀ ਲੱਗਦਾ ਮਤਲਬ ਇਹੋ ਜਿਹੇ ਜਿਹੜੇ ਸਿੱਧੇ ਤੌਰ 'ਤੇ ਆਪਾਂ ਨੂੰ ਕਹਿ ਸਕਦੇ ਹਾਂ ਜਨਤਾ ਦੇ ਪੈਸੇ ਦੀ ਦੁਰਵਰਤੋਂ ਹੈ, ਮਿਸਯੂਜ਼ ਹੈ ਪਬਲਿਕ ਫੰਡ ਦਾ? ਪਬਲਿਕ ਸਟਰਕਚਰ ਦਾ ਮਿਸਯੂਜ਼, ਟੋਟਲ ਮਿਸਯੂਜ਼, ਕੋਲੋਸਲ। ਇਹਦੇ ਵਿੱਚ ਮਿਸਯੂਜ਼ ਵੀ ਨਹੀਂ ਮੈਂ ਕਹੂੰਗਾ ਮਿਸ ਐਪਰੋਪਰੀਏਸ਼ਨ, ਅੰਬੈਜਲਮੈਂਟ, ਸਿੱਧੇ ਤੌਰ 'ਤੇ ਧੋਖਾਧੜੀ ਹੈ। ਸਿੱਧੇ ਤੌਰ 'ਤੇ ਧੋਖਾਧੜੀ। ਕਈ ਖਰਚੇ ਹੈ ਵੀ ਜਿਹੜੇ ਕੀਤੇ ਜਾ ਸਕਦੇ ਆ, ਵੀ ਜਿੱਦਾਂ ਹੁਣ ਜੇ ਫਰਜ਼ ਕਰ ਲਓ ਤੁਸੀਂ ਸਟਾਫ ਨੂੰ, ਜਿਹੜਾ ਸਿਕਿਉਰਿਟੀ ਸਟਾਫ ਆ ਉਹਨੂੰ ਸਫਾਰੀ ਸੂਟ ਲੈ ਕੇ ਦੇਣੇ ਆ, ਉਹਨਾਂ ਦੀ ਡਰੈਸ ਹੈ ਕਿ ਤੁਸੀਂ ਕੰਸੀਡਰ ਕਰ ਲਈ ਵੀ ਚਲੋ ਪਿਸਟਲ ਜਾਂ ਵੈਪਨ ਲੁਕਾਉਣੇ ਆਸਾਨ ਹੁੰਦੇ ਆ, ਜਾਂ ਉਹਨਾਂ ਨੂੰ ਸਰਵਿਸ ਕੰਡੀਸ਼ਨਸ ਦੇ ਹਿਸਾਬ ਨਾਲ ਸਫਾਰੀ ਸੂਟ ਜ਼ਿਆਦਾ ਕਨਵੀਨੀਅੰਟ ਆ। ਜੇ ਉਹਨਾਂ ਨੂੰ ਸਫਾਰੀ ਸੂਟ ਲੈ ਕੇ ਜਾਣੇ ਤਾਂ ਇਸ ਫੰਡ 'ਚੋਂ ਕਿਉਂ ਖਰਚੇ ਕੀਤੇ ਜਾਂਦੇ ਆ? ਉਹ ਹੋਮ ਡਿਪਾਰਟਮੈਂਟ ਦੇ ਫੰਡ ਦੇ ਵਿੱਚ ਉਹ ਪ੍ਰੋਵੀਜ਼ਨ ਕਰਨਾ ਚਾਹੀਦਾ, ਉੱਥੇ ਉਹ ਐਲੋਕੇਸ਼ਨ ਹੋਵੇ, ਉੱਥੇ ਹੀ ਖਰਚਾ ਹੋਵੇ, ਕਿਉਂਕਿ ਮੁਲਾਜ਼ਮ ਹੋਮ ਡਿਪਾਰਟਮੈਂਟ ਦੇ। ਹਾਂ, ਮੁਲਾਜ਼ਮ ਹੋਮ ਡਿਪਾਰਟਮੈਂਟ ਦੇ। ਸੋ ਇਸ ਫੰਡ ਦੇ ਵਿੱਚੋਂ ਜੇ ਅਸੀਂ ਖਰਚਾ ਕਰਦੇ ਹਾਂ ਤਾਂ ਉਹ ਜੇ ਅੰਬੈਜਲਮੈਂਟ ਨਹੀਂ ਤਾਂ ਉਹ ਮਿਸ ਐਪਰੋਪਰੀਏਸ਼ਨ ਦੇ ਹੈੱਡ ਥੱਲੇ ਆਊਗੇ। ਮਿਸ ਐਪਰੋਪਰੀਏਸ਼ਨ ਜਿਹੜੀ ਆ ਉਹ ਇੰਡੀਅਨ ਪੀਨਲ ਕੋਡ ਦੇ ਅੰਡਰ ਵੀ ਇੱਕ ਕ੍ਰਿਮੀਨਲ ਅਫੈਂਸ ਆ, ਉਹਦੀ 7 ਸਾਲ ਦੀ ਸਜ਼ਾ ਆ, ਨਾਨ ਬੇਲੇਬਲ ਅਫੈਂਸ ਆ। ਸੋ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਸਾਰਾ
ਕੈਪਟਨ ਸਾਹਿਬ ਹੀ ਖਾ ਗਏ। ਉਹਨਾਂ ਨੇ ਕਈ ਖਰਚੇ ਇੱਦਾਂ ਦੇ ਵੀ ਕਰਤੇ ਜਿਹੜੇ ਇਸ ਫੰਡ 'ਚੋਂ ਨਹੀਂ ਸੀ ਕਰਨੇ ਚਾਹੀਦੇ। ਉਹ ਕਹਿ ਲਓ ਵੀ ਜਿਹੜੀ ਸੱਜੇ ਖੱਬੇ ਟੀਮ ਹੁੰਦੀ, ਸਲਾਹਕਾਰ ਹੁੰਦੇ ਆ, ਉਹ ਕਰਵਾ ਦਿੰਦੇ। ਦੱਸੇ ਨਹੀਂ, ਉਹ ਦੱਸਦੇ ਨਹੀਂ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਕਿ ਕੈਪਟਨ ਸਾਹਿਬ ਪਾਕਿਸਤਾਨ ਗਏ ਸੀ। ਸਾਰੀ ਪ੍ਰੈਸ ਦੇ ਵਿੱਚ, ਜਦੋਂ ਮਿੱਟੀ ਲੈ ਕੇ ਗਏ ਸੀਗੇ, ਸਾਰੀ ਪ੍ਰੈਸ ਦੇ ਵਿੱਚ ਪਤਾ ਆ, ਬੜੀਆਂ ਖਬਰਾਂ ਛਪੀਆਂ ਸੀ ਵੀ ਕੈਪਟਨ ਸਾਹਿਬ ਨੇ ਰੋਲੈਕਸ ਦੀ ਘੜੀ ਫਲਾਣੇ ਨੂੰ ਗਿਫਟ ਕਰਤੀ, ਰੋਲੈਕਸ ਪੈਨ ਫਲਾਣੇ ਨੂੰ ਗਿਫਟ ਕਰਤਾ। ਉਹ ਸਾਰੇ ਗਿਫਟਾਂ ਦੀ ਪੇਮੈਂਟ ਇਸ ਫੰਡ 'ਚੋਂ ਕੀਤੀ ਗਈ ਸੀ। ਉਹ ਕਿਉਂ ਕੀਤੀ ਗਈ ਇਸ ਫੰਡ 'ਚੋਂ? ਕੋਈ ਪਾਕਿਸਤਾਨ ਨੂੰ ਗਿਫਟ ਦੇ ਕੇ ਅਸੀਂ ਅੱਤਵਾਦ ਕੰਟਰੋਲ ਕਰਾ ਰਹੇ ਸੀ? ਨਹੀਂ। ਉਹ ਜੇ ਗਿਫਟ ਦੇਣੇ ਸੀ ਤਾਂ ਉਹ ਹੌਸਪਿਟੈਲਿਟੀ ਡਿਪਾਰਟਮੈਂਟ ਜਿਹੜਾ ਕਿ ਫੰਡ ਮੇਨਟੇਨ ਹੁੰਦਾ ਆ ਸਟੇਟ ਗੈਸਟਾਂ ਲਈ ਜਾਂ ਵਿਜ਼ਿਟਿੰਗ ਡਿਗਨਟਰੀਜ਼ ਲਈ, ਉੱਥੇ ਫੰਡ ਕ੍ਰੀਏਟ ਕੀਤਾ ਜਾਂਦਾ, ਉਹਦੇ ਵਿੱਚੋਂ ਉਹ ਪੇਮੈਂਟ ਕਰਤੀਆਂ ਜਾਂਦੀਆਂ। ਪ੍ਰਾਹੁਣਾਚਾਰੀ ਵਿਭਾਗ ਦਾ ਕੰਮ ਹੈ ਸਿੱਧੇ ਤੌਰ ਤੇ, ਪ੍ਰਾਹੁਣਚਾਰੀ ਵਿਭਾਗ ਦਾ। ਪਰ ਉਹ ਇੱਥੋਂ ਕਿਉਂ ਖਰਚਿਆ ਗਿਆ? ਕਾਹਲੀ ਕਰਕੇ ਵੀ ਜੀ ਇੱਧਰ ਦਾ ਨਾ ਤੁਹਾਨੂੰ ਕੋਟੇਸ਼ਨ ਲੈਣੀ ਪੈਣੀ ਹੈ, ਨਾ ਟੈਂਡਰ ਕਰਨਾ ਪੈਣਾ। ਆਫਟਰ ਆਲ ਤੁਸੀਂ 25-26 ਲੱਖ ਰੁਪਏ ਦੀ ਪਰਚੇਜ਼ ਕਰ ਰਹੇ ਹੋ, ਤੁਸੀਂ ਕਿਉਂ ਗਵਰਨਮੈਂਟ ਇੰਸਟਰਕਸ਼ਨਸ ਨੂੰ ਬਾਈਪਾਸ ਕਰ ਰਹੇ ਹੋ ਜਾਂ ਵਾਇਲੇਟ ਕਰ ਰਹੇ ਉਹਨਾਂ ਨੂੰ, ਵਾਇਲੇਟ ਕਰ ਰਹੇ ਆ। ਸੋ ਤੁਸੀਂ ਜੇ ਇੰਨੀ ਵੱਡੀ ਪਰਚੇਜ਼ ਕਰਨੀ ਹੈ ਤਾਂ ਤੁਸੀਂ ਘੱਟੋ ਘੱਟ ਕੋਟੇਸ਼ਨ ਲੈ ਲਓ, ਕੋਈ ਦੂਸਰਾ ਕਰ ਲਓ, ਹੈ ਪ੍ਰੋਸੀਜਰ ਫੋਲੋ ਕਰ ਲਓ। ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਸੋ ਹੁਣ 1 ਸਾਲ ਦਾ ਤੁਸੀਂ ਦੱਸ ਚੁੱਕੇ ਹੋ ਵੀ ਇਹ ਰਕਮ ਕਰੋੜਾਂ 'ਚ ਹੀ ਜਾ ਰਹੀ ਹੈ। ਅਗਲੇ ਜਿਹੜੇ ਬਾਕੀ ਦੇ 4 ਸਾਲ ਸੀ ਉਹਦੇ ਵੀ ਲਿਆਉਂਗੇ ਡੈਰੀ ਸਾਹਮਣੇ? ਉਹਦੀਆਂ ਵੀ ਡਾਇਰੀਆਂ ਸਾਹਮਣੇ ਆਊਗੀਆਂ ਜੀ। ਉਹ ਅਗਲੇ ਹਫਤੇ, ਇਸ ਤੋਂ ਅਗਲੇ ਸਾਲ ਦੀ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰਾਂਗੇ, ਉੱਥੇ ਫਿਗਰਾਂ ਸਾਰੀਆਂ ਰਿਲੀਜ਼ ਕਰਾਂਗੇ। ਸੋ ਜਿੱਦਾਂ ਇਹ ਠੋਸ ਤੁਸੀਂ ਲੈ ਕੇ ਬੈਠੇ ਹੋ ਆਪਣੇ ਕੋਲ ਸਾਰੇ ਸਬੂਤ ਪ੍ਰਮਾਣ ਆਪਣੇ ਹੱਥ ਦੇ ਵਿੱਚ, ਨਹੀਂ ਗੱਲ ਕੀਤੀ ਵੀ ਲਿਟੀਗੇਸ਼ਨ 'ਚ ਜਾਵਾਂ ਯਾਰ, ਜੇ ਪਤਾ ਵੀ ਇੱਥੇ ਤਾਂ ਕੁਝ ਹੋਣਾ ਨਹੀਂ ਹੈ? ਉੱਥੇ ਕੀ ਹੋਣਾ, ਲਿਟੀਗੇਸ਼ਨ 'ਚ ਵੀ ਕੀ ਹੋਣਾ? ਨਹੀਂ, ਭਰੋਸਾ ਨਹੀਂ ਹੈ? ਨਹੀਂ, ਮੈਨੂੰ ਨਹੀਂ ਭਰੋਸਾ, ਜਾਂ ਟਾਈਮ ਹੀ ਇੰਨਾ ਲੱਗ ਜਾਂਦਾ। ਨਾਲੇ ਮੈਂ ਤੁਹਾਨੂੰ ਦੱਸਿਆ ਨਾ, ਮੇਰਾ ਏਮ ਇਹ ਨਹੀਂਗਾ ਵੀ ਮੈਂ ਕੈਪਟਨ ਸਾਹਿਬ ਨੂੰ ਸਜ਼ਾ ਹੀ ਕਰਵਾਉਣੀ ਆ। ਮੇਰਾ ਏਮ ਤਾਂ ਇਹ ਆ ਵੀ ਕਰੈਕਸ਼ਨ ਹੋਣੀ ਚਾਹੀਦੀ ਹੈ। ਤੁਹਾਡਾ ਮਤਲਬ ਕੈਪਟਨ ਅਮਰਿੰਦਰ ਤੁਹਾਡਾ ਟਾਰਗੇਟ ਨਹੀਂ ਹੈ, ਦੁਰਵਰਤੋਂ ਜਿਹੜੀ ਫੰਡ ਦੀ ਹੋ ਰਹੀ ਹੈ ਸਰਕਾਰੀ ਪੈਸੇ ਦੀ, ਉਹ ਬੰਦ ਹੋਵੇ? ਦੁਰਵਰਤੋਂ ਬੰਦ ਹੋਣੀ ਚਾਹੀਦੀ ਹੈ। ਜੇ ਇਸ ਆਫਿਸ ਦੇ ਵਿੱਚ ਇਸ ਫੰਡ ਦੀ ਨਹੀਂ ਜ਼ਰੂਰਤ, ਇਹ ਕਿਉਂ ਕੀਤੀ ਜਾਂਦੀ ਹੈ ਇਹ ਪ੍ਰੋਵੀਜ਼ਨ? ਤੁਸੀਂ ਕਿਉਂ ਦੂਸਰੇ ਬੰਦੇ ਨੂੰ ਥਾਲੀ 'ਚ ਪਰੋਸ ਕੇ ਦੂਸਰਾ ਦੇ ਰਹੇ ਗਿਫਟ ਵੀ ਲਓ ਤੁਸੀਂ ਦੁਰਵਰਤੋਂ ਕਰ ਲਓ? ਤੁਸੀਂ ਉਸ ਫੰਡ ਦੀ ਪ੍ਰੋਵੀਜ਼ਨ ਕਰਨੀ ਬੰਦ ਕਰੋ ਬਜਟ ਦੇ ਵਿੱਚ। ਸੋ ਇਹ ਕਿਸੇ ਨਾ ਕਿਸੇ ਪਾਰਟੀ ਨੂੰ ਸਟੈਂਡ ਲੈਣਾ ਪਊਗਾ, ਉਹਨਾਂ ਨੂੰ ਆਪਣੇ ਮੈਨੀਫੈਸਟੋ 'ਚ ਡਿਕਲੇਅਰ ਕਰਨਾ ਪਊਗਾ। ਮਤਲਬ ਤੁਸੀਂ ਕਹਿ ਰਹੇ ਹੋ ਤੁਸੀਂ ਇਸ ਮਾਮਲੇ ਨੂੰ ਇਸ ਹੱਦ ਤੱਕ ਲੈ ਕੇ ਜਾਓਗੇ ਕਿ ਪਾਰਟੀਆਂ ਨੂੰ ਇਸ਼ੂ ਬਣਾ ਲੈਣ ਆਪਣਾ, ਤਾਂ ਇੱਕ ਲੋਕ ਭਲਾਈ ਹੋ ਸਕੇ, ਜਨਤਾ ਦੇ ਪੈਸੇ ਦੀ ਦੁਰਵਰਤੋਂ ਬਚ ਸਕੇ? ਹਾਂ, ਇਹਦੇ ਵਿੱਚ ਇਹ ਨਹੀਂ ਹੋ ਵੀ ਮੈਂ ਇਕੱਲੀਆਂ ਆਹ ਪ੍ਰੈਸ ਕਾਨਫਰੰਸਾਂ ਹੀ ਕਰਨੀਆਂ। ਅਗਲੇ ਹਫਤੇ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨੀ ਹੈ, ਦੂਸਰੇ ਸਾਲ ਦੇ ਡਾਟੇ ਰਿਲੀਜ਼ ਕਰਕੇ, ਅਸੀਂ ਉਸ ਤੋਂ ਬਾਅਦ ਜਿੰਨੀਆਂ ਰੈਕੋਗਨਾਈਜ਼ਡ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੀਆਂ ਆ, ਉਹਨਾਂ ਨੂੰ ਅਸੀਂ ਇੱਕ ਪੱਤਰ ਲਿਖਾਂਗੇ। ਉਹਦੇ ਵਿੱਚ ਇਹ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆਹ ਸਾਡੇ ਧਿਆਨ ਦੇ ਵਿੱਚ ਆ, ਤੁਸੀਂ ਇਸ ਨੂੰ ਆਪਣਾ ਮੁੱਦਾ ਬਣਾਓ, ਤੁਸੀਂ ਮੈਨੀਫੈਸਟੋ 'ਚ ਡਿਕਲੇਅਰ ਕਰੋ ਕਿ ਅਸੀਂ ਆ ਕੇ ਇਸ ਫੰਡ ਦੀ ਦੁਰਵਰਤੋਂ ਨੂੰ ਰੋਕਣ ਲਈ ਠੋਸ ਕਦਮ ਚੁੱਕਾਂਗੇ ਔਰ ਇਸ ਫੰਡ ਨੂੰ ਬੰਦ ਕਰਾਂਗੇ। ਇਹਦੇ ਨਾਲ ਨਾਲ ਬਾਕੀ ਵੀ ਉਹ ਕਰਪਸ਼ਨ ਲਈ ਆਪਣੀ ਸਕੀਮ ਦੇਣ ਪਾਰਟੀਆਂ, ਵੀ ਉਹ ਕਰਪਸ਼ਨ ਨੂੰ ਘੱਟ ਕਰਨ ਲਈ ਜਾਂ ਹਟਾਉਣ ਲਈ ਕਿਹੜੇ ਆ ਕੇ ਕੰਮ ਕਰੂਗੀਆਂ। ਸੋ ਇੱਕ ਵੱਡੀ ਗੱਲ, ਇਹ ਜਿਹੀ ਘਟਨਾਵਾਂ ਜਦੋਂ ਵਾਪਰਦੀਆਂ ਨੇ, ਮਤਲਬ ਮੈਂ ਕਹਾਂ ਤਾਂ ਬਾੜ ਹੀ ਖੇਤ ਨੂੰ ਖਾ ਰਹੀ ਹੈ, ਤੇ ਫਿਰ ਕੀ ਕਰੇਗਾ ਵਿਜੀਲੈਂਸ ਡਿਪਾਰਟਮੈਂਟ, ਕੀ ਕਰੇਗਾ ਪੀਸੀ ਐਕਟ? ਆਮ ਜਨਤਾ ਨੂੰ ਰਗੜੇ ਲੱਗ ਗਏ, ਤੁਸੀਂ ਵੀ ਉਹਦਾ ਹਿੱਸਾ ਰਹੇ, ਤੁਸੀਂ ਵੀ, ਤੁਹਾਡੇ ਤੇ ਵੀ ਝੂਠਾ ਜਿਹੜਾ ਪਰਚਾ ਪਿਆ। ਫਿਰ ਇਹੋ ਜਿਹੇ ਦਾਅਵੇ ਸਰਕਾਰਾਂ ਕਰਦੀਆਂ ਕਿਉਂ ਨੇ ਪਾਰਟੀਆਂ ਵੀ ਅਸੀਂ ਕਰਪਸ਼ਨ ਫ੍ਰੀ ਸਿਸਟਮ ਦੇਵਾਂਗੇ? ਆਪ ਹੀ ਕਰ ਰਹੇ ਹੈ। ਨਹੀਂ, ਉਹ ਪਾਰਟੀ ਕੋਈ ਸੀਰੀਅਸ ਨਹੀਂ ਨਾ, ਇਸ ਕਰਕੇ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਦੇਖੋ, ਮੈਂ ਪਿਛਲੀ ਪ੍ਰੈਸ ਕਾਨਫਰੰਸ ਵਾਲੇ ਦਿਨ ਵੀ ਇਹੀ ਗੱਲ ਕਹੀ ਸੀ ਕਿ ਇਲੈਕਸ਼ਨ ਦਾ ਸੀਜ਼ਨ ਆ ਗਿਆ, ਪਾਰਟੀਆਂ ਨੂੰ ਹੁਣ ਸੀਰੀਅਸ ਮੁੱਦਿਆਂ 'ਤੇ ਆਉਣਾ ਚਾਹੀਦਾ। ਪਾਰਟੀਆਂ ਤਾਂ ਛੋਟੇ ਛੋਟੇ ਮੁੱਦੇ ਲੈ ਕੇ ਬੈਠੀਆਂ ਵੀ ਉਹ 3 ਰੁਪਏ ਬਿਜਲੀ ਸਸਤੀ ਹੋ ਗਈ ਜਾਂ 4 ਰੁਪਏ ਹੋ ਗਈ, ਜਾਂ ਰੇਤਾ ਵਿਕਦੀ ਹੈ ਜਾਂ ਨਹੀਂ ਵਿਕਦੀ। ਇਹ ਛੋਟੇ ਮੁੱਦੇ ਆ। ਸੀਰੀਅਸ ਮੁੱਦੇ ਕਿਹੜੇ ਆ? ਸੀਰੀਅਸ ਮੁੱਦੇ ਪਹਿਲਾ ਕਰਪਸ਼ਨ, ਕਿਉਂਕਿ ਜਦ ਤੱਕ ਕਰਪਸ਼ਨ ਨਹੀਂ ਖਤਮ ਹੋਊਗੀ, ਤੁਹਾਡਾ ਨਾ ਤਾਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇੰਪਰੂਵ ਕਰੂਗਾ, ਨਾ ਤੁਹਾਡਾ ਐਜੂਕੇਸ਼ਨ ਤੁਹਾਡੀ ਇੰਪਰੂਵ ਕਰੂਗੀ, ਨਾ ਤੁਹਾਡੀਆਂ ਹੈਲਥ ਸਰਵਿਸਿਜ਼ ਇੰਪਰੂਵ ਕਰੂਗੀਆਂ। ਕਰਪਸ਼ਨ ਇੱਕ ਰੂਟ ਕਾਜ਼ ਆ ਜਿਹਦੇ ਕਰਕੇ ਸਾਡੇ ਮੁਲਕ ਦੇ ਵਿੱਚ, ਮੈਂ ਇਕੱਲਾ ਪੰਜਾਬ ਨਹੀਂ ਕਹਿੰਦਾ, ਮੈਂ ਪੂਰਾ ਮੁਲਕ ਕਹਿੰਦਾ, ਹਿੰਦੁਸਤਾਨ ਦੇ ਵਿੱਚ ਕਰਪਸ਼ਨ ਕਰਕੇ ਇਨਫਰਾਸਟਰਕਚਰ 'ਤੇ ਅਨਨੈਸੈਸਰਲੀ ਜ਼ੋਰ ਦਿੱਤਾ ਜਾਂਦਾ।
ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਬਹੁਤ ਚੰਗੀ ਗੱਲ ਆ, ਬਟ ਨਾਟ ਐਟ ਦੀ ਐਕਸਪੈਂਸ ਆਫ ਐਜੂਕੇਸ਼ਨ ਐਂਡ ਹੈਲਥ ਹੈ। ਸੋ ਪਹਿਲਾਂ ਤੁਸੀਂ ਨੌਜਵਾਨਾਂ ਲਈ, ਇੱਥੇ ਦੀ ਜਨਸੰਖਿਆ ਲਈ ਸਿੱਖਿਆ ਦੇ ਪ੍ਰਬੰਧ ਕਰੋ, ਉਹਨਾਂ ਦੀ ਸਿਹਤ ਦੇ ਪ੍ਰਬੰਧ ਕਰੋ। ਹੁਣ ਬਿਊਰੋਕਰੇਸੀ ਦਾ ਇੰਟਰਸਟ ਤਾਂ ਹੈ ਕਿ ਇਨਫਰਾਸਟ੍ਰਕਚਰ ਬਣੇ, ਕਿਉਂਕਿ ਬਿਊਰੋਕਰੇਸੀ ਨੂੰ ਕਮਿਸ਼ਨ ਇਨਫਰਾਸਟ੍ਰਕਚਰ 'ਚੋਂ ਮਿਲਣੀ ਹੈ, ਮਾਸਟਰ ਦੀ ਤਨਖਾਹ 'ਚੋਂ ਬਿਊਰੋਕਰੇਸੀ ਨੂੰ ਕਮਿਸ਼ਨ। ਬਿਊਰੋਕਰੇਸੀ ਦੀ ਗੱਲ ਕੀਤੀ, ਮੇਰੇ ਜ਼ਿਹਨ 'ਚ ਸਵਾਲ ਆ ਗਿਆ ਕਿ ਤੁਹਾਡੀ ਸਿਚੁਏਸ਼ਨਾਂ ਵੀ ਬਣੀਆਂ ਹੁੰਦੀਆਂ PCS ਅਫਸਰਾਂ ਦੀਆਂ, IAS ਅਫਸਰ ਦੀਆਂ, ਜਦੋਂ ਕੋਈ ਅਫਸਰ ਇਹੋ ਜਿਹੀ ਆਵਾਜ਼ ਚੁੱਕਦਾ ਉਹ ਵੀ ਨਾਲ ਨਹੀਂ ਖੜਦੀਆਂ ਆ ਕੇ? ਨਹੀਂ, ਐਸੋਸੀਏਸ਼ਨ ਹੁਣ ਇੱਦਾਂ ਨਾ ਵੀ ਐਸੋਸੀਏਸ਼ਨਾਂ ਜਿੰਨੀ ਮਰਜ਼ੀ ਆਵਾਜ਼ ਚੁੱਕ ਲੈਣ, ਜਿਹੜੀ ਐਲੋਕੇਸ਼ਨਸ ਹੋਣੀਆਂ ਉਹ ਗੌਰਮੈਂਟ ਲੈਵਲ 'ਤੇ ਹੋਣੀਆਂ। ਜਦੋਂ ਐਲੋਕੇਸ਼ਨਸ ਹੁੰਦੀਆਂ ਜਾਂ ਜਦੋਂ ਬਜਟ ਬਣਦਾ, ਨਹੀਂ ਅਫਸਰ, ਜਦੋਂ ਤੁਹਾਡੇ ਵਰਗੇ ਅਫਸਰ ਨੇ ਆਵਾਜ਼ ਚੁੱਕਦੀ ਸੀਗੀ ਤੇ ਇਸ ਚੀਜ਼ ਨੂੰ ਉਹ ਕਰਾਉਣ ਲਈ ਮੇਰੀ ਐਸੋਸੀਏਸ਼ਨ ਤਾਂ ਮੇਰੇ ਨਾਲ ਖੜੀ ਸੀ, ਮੇਰੀ ਐਸੋਸੀਏਸ਼ਨ ਮੇਰੇ ਨਾਲ ਖੜੀ ਸੀ, ਬਟ ਮੈਂ ਬਹੁਤੀ ਲੜਾਈ ਤਾਂ ਅਸਤੀਫਾ ਦੇਣ ਤੋਂ ਬਾਅਦ ਲੜੀ ਹੈ ਨਾ। ਤਾਂ ਜਦੋਂ ਮੈਂ ਅਸਤੀਫਾ ਹੀ ਦੇ ਦਿੱਤਾ ਉਦੋਂ ਤਾਂ ਮੈਂ ਐਸੋਸੀਏਸ਼ਨ ਦਾ ਮੈਂਬਰ ਵੀ ਨਹੀਂ ਰਿਹਾ। ਸੋ ਇਸ ਕਰਕੇ ਉਹ ਜਿਹੜੀ ਸਪੋਰਟ ਦੀ ਗੱਲ ਨਹੀਂ ਹੈਗੀ, ਗੱਲ ਤਾਂ ਬੇਸਿਕ ਇਸ਼ੂ ਦੀ ਆ ਵੀ ਜਿਹੜੀ ਕਰਪਸ਼ਨ ਆ ਉਹ ਜੜ ਆ ਹਰ ਬਿਮਾਰੀ ਦੀ। ਜਦ ਤੱਕ ਤੁਸੀਂ ਇਹਨੂੰ ਨਹੀਂ ਕੱਢੋਗੇ ਤੁਹਾਡਾ ਸਿਸਟਮ ਠੀਕ ਨਹੀਂ ਹੋ ਸਕਦਾ। ਜੜ ਵੱਢਣ ਤੱਕ ਜਾਓਗੇ? ਹੁਣ ਜਾਣਾ ਹੀ ਚਾਹੀਦਾ, ਹਰ ਇੱਕ ਬੰਦੇ ਨੂੰ ਜਾਣਾ ਚਾਹੀਦਾ, ਹਰ ਨਾਗਰਿਕ ਦਾ ਫਰਜ਼ ਹੈ ਇਹ, ਹਰ ਅਧਿਕਾਰੀ ਦਾ ਫਰਜ਼ ਹੈ। ਜਦੋਂ ਅਸੀਂ ਆਪਣੀ ਸਰਵਿਸ ਸ਼ੁਰੂ ਕਰਦੇ ਕੀ ਅਸੀਂ ਇਮਾਨਦਾਰੀ ਦੀ ਸਹੁੰ ਨਹੀਂ ਖਾਂਦੇ? ਤਾਂ ਉਹ ਸਾਡਾ ਫਰਜ਼ ਨਹੀਂ? ਟੇਕਿੰਗ ਸੈਰਾਮਨੀ ਹੁੰਦੀ ਹੈ, ਸਹੀ ਗੱਲ ਹੈ, ਕਰਤੱਵ ਨਿਭਾਵਾਂਗਾ ਆਪਣਾ। ਸੋ ਉਹ ਫਰਜ਼ ਤਾਂ ਹੁਣ ਅਖੀਰੀ ਦਮ ਤੱਕ ਨਿਭਾਉਣਾ ਪਊਗਾ ਨਾ ਸਾਨੂੰ ਜੀ। ਸੋ ਦਰਸ਼ਕੋ, ਰਾਕੇਸ਼ ਅਹੀਰ ਜਿਹੜੇ ਹੈਗੇ ਨੇ PCS ਅਧਿਕਾਰੀ ਨੇ ਪੰਜਾਬ ਦੇ ਸਿਵਲ ਸਰਵਿਸਿਜ਼ ਦੇ। ਸੋ ਉਹਨਾਂ ਦੀ ਇੱਕ ਡਾਇਰੀ ਦੀ ਜੇ ਆਪਾਂ ਦਾਅਵੇ ਸੱਚ ਮੰਨ ਲਈਏ ਤਾਂ CM ਦੇ ਨਾਂ 'ਤੇ ਬਣੇ ਹੋਏ ਸੀਕਰਟ ਫੰਡਸ ਦੀ ਕਿਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ, ਮਿਸਯੂਜ਼ ਹੋ ਰਿਹਾ, ਤੁਹਾਡੇ ਸਾਹਮਣੇ ਹੈ ਕਿ ਰਵਿੰਦਰ ਸਿੰਘ ਨੂੰ 40 ਲੱਖ ਰੁਪਏ SG ਪਿਛਲੀ ਇਲੈਕਸ਼ਨਾਂ ਦਾ ਜਾਣਾ CM ਦੇ ਸਰਕਾਰੀ ਫੰਡ ਦੇ ਵਿੱਚੋਂ। ਇਸ ਤਰ੍ਹਾਂ ਹੀ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਤੇ ਜਿਹੜਾ ਕੇਸ ਸੀਗਾ ਉਹਨੂੰ 2 ਲੱਖ ਰੁਪਏ ਜਾਣਾ BIS ਚਾਹਲ ਦੇ ਰਾਹੀਂ। ਇਸ ਤਰ੍ਹਾਂ ਦੇ ਕੋਈ ਹੋਰ ਖਰਚੇ, ਕੋਈ ਪਾਰਟੀ ਦਾ ਲੀਡਰ ਆ ਗਿਆ ਤਾਂ ਉਹਦੀ ਟਿਕਟ ਦੇ, ਉਹਦੇ ਰਹਿਣ ਸਹਿਣ ਦੇ। ਇਹ ਇੱਕ ਲੜਾਈ ਕਹਿ ਲਓ ਹੁਣ ਜਾ ਕੇ ਇਹਨਾਂ ਨੇ ਸ਼ੁਰੂ ਕੀਤੀ ਹੈਗੀ ਆ ਹੀਰ ਉਹਨਾਂ ਨੇ, ਤੇ 5 ਸਾਲ ਉਹਨਾਂ ਨਾਲ ਜ਼ਿੰਮੇਵਾਰੀ ਨਿਭਾਈ ਹੈ ਇਹਨਾਂ ਨੇ CMO ਦੇ ਵਿੱਚ। ਤੇ ਈਅਰ ਬਾਏ ਈਅਰ ਖੁਲਾਸੇ ਜਿਹੜੇ ਆ, ਹੁਣ ਪਹਿਲਾ ਖੁਲਾਸਾ ਉਹਨਾਂ ਨੇ ਕੀਤਾ ਸਾਲ 2002 ਦੇ ਵਿੱਚ, ਇਹ ਰਕਮ 2 ਕਰੋੜ ਦੇ ਨੇੜੇ ਜਾਂਦੀ ਹੈ। ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਹਰ ਸਾਲ ਇਹ ਰਕਮ ਵੱਧ ਵੀ ਰਹੀ ਸੀ। ਆਉਣ ਵਾਲੇ ਦਿਨਾਂ 'ਚ ਹੋਰ ਵੀ ਕੁਛ ਇੱਦਾਂ ਦੇ ਖੁਲਾਸੇ ਹੋਣਗੇ ਕਿ ਕਿਸ ਕਦਰ ਗਰਕ ਤੱਕ, ਨੇੜੇ ਤੱਕ ਜਿਹੜਾ ਕਰਪਸ਼ਨ ਸਿਸਟਮ ਸਾਡੇ ਸਿਸਟਮ ਦੇ ਵਿੱਚ ਵੜ ਗਿਆ। ਤੇ ਇਹਨੂੰ ਖਤਮ ਕਰਨ ਲਈ ਲੋਕ ਤਾਂ ਤਿਆਰ ਨੇ, ਰਾਜਨੀਤਿਕ ਪਾਰਟੀਆਂ ਨੂੰ ਵੀ ਸਾਥ ਦੇਣਾ ਚਾਹੀਦਾ। ਸੋ ਅਹੀਰ ਸਾਹਿਬ, ਸਾਡੇ ਸਕਰੋਲ ਪੰਜਾਬ ਚੈਨਲ ਦੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ, ਸ਼ੁਕਰੀਆ।